2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਹੀ ਲੜੀਆਂ ਜਾਣਗੀਆਂ। ਇਹ ਆਪਣੀ ਬਣੀ ਬਣਾਈ ਖੀਰ ਤੇ ਆਪ ਹੀ ਰੇਤਾ ਭੁੱਕਣ ਲੱਗੇ ਹੋਏ ਜੀ। ਕਾਂਗਰਸ ਦੀ ਹਾਈ ਕਮਾਨ ਨੂੰ ਇਸ ਸੰਬੰਧ ਦੇ ਵਿੱਚ ਪੰਜਾਬ ਮਾਮਲਿਆਂ ਦਾ ਇੰਚਾਰਜ ਬਦਲਣ ਦੀ ਵੀ ਜ਼ਰੂਰਤ ਪੈ ਸਕਦੀ ਹੈ। ਪਤਾ ਨਹੀਂ ਕਿਉਂ ਉਹਨਾਂ ਨੂੰ ਸੇਵਾ ਮੁਕਤ ਜਿਹੜੀ ਲਾਲ ਫੀਤਾਸ਼ਾਹੀ ਹੈ ਇਹ ਬੜੀ ਪਸੰਦ ਹੈ। ਤੁਸੀਂ ਦੇਖੋ ਜਿਹੜੇ ਪੁਰਾਣੇ ਮੁੱਖ ਸਕੱਤਰ ਹੁੰਦੇ ਸੀ ਰਿਟਾਇਰਮੈਂਟ ਤੋਂ ਪਹਿਲਾਂ ਹੀ ਉਹਨਾਂ ਦਾ ਇੱਕ ਮਹਿਕਮਾ ਬਣਾ ਕੇ ਉੱਥੇ ਲਾ ਦਿੱਤਾ ਗਿਆ। ਕੈਪਟਨ ਸਾਹਿਬ ਦਾ ਸਾਰਾ ਜ਼ੋਰ ਲੱਗਿਆ ਵਾ ਕਿ ਜੇ ਕਾਂਗਰਸ ਦੀ ਸਰਕਾਰ ਨਹੀਂ ਆਉਂਦੀ ਤਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸਰਕਾਰ ਬਣੇ। ਕਿਸਾਨਾਂ ਨੇ ਭੰਗੜੇ ਪਾਏ ਨੇ, ਵੀਡੀਓ ਉਹਨਾਂ ਦੀਆਂ ਜਾਰੀ ਹੋਈਆਂ ਨੇ ਜਿਹੜੀਆਂ ਕਿ ਇੰਨੀ ਖੁਸ਼ੀ ਦਾ ਪ੍ਰਗਟਾਵਾ ਕਰਤਾ। ਇਹ ਅਸਲ ਦੇ ਵਿੱਚ ਕਿਸਾਨਾਂ ਨੂੰ ਇਹ ਭਾਅ ਉਹਨਾਂ ਦਾ ਬਣਦਾ ਸੀ ਜਾਂ ਇੱਕ ਸਿਆਸੀ ਸਟੰਟ ਹੋ ਸਕਦਾ? ਭਾਜਪਾ ਕਹਿੰਦੀ ਹੈ ਵੀ ਜੇ ਸਾਡਾ ਰਾਜ ਆ ਗਿਆ ਤਾਂ ਅਸੀਂ 470 ਤੋਂ ਵੀ ਟਪਾ ਦਿਆਂਗੇ। ਉਹ ਕਹਿੰਦੇ ਵੀ ਨਾ 9 ਮਣ ਤੇਲ ਇਕੱਠਾ ਹੋਣਾ, ਨਾ ਰਾਧਾ ਨੱਚਣੀ ਹੈ। ਵਿਰੋਧ ਜਾਰੀ ਹੈ ਸਿਆਸੀ ਆਗੂਆਂ ਦਾ। ਪਹਿਲਾਂ ਇਕੱਲੀ ਭਾਜਪਾ ਦਾ ਵਿਰੋਧ ਜਾਰੀ ਸੀ, ਹੁਣ ਕਾਂਗਰਸੀ ਹੋਣ, ਆਮ ਆਦਮੀ ਪਾਰਟੀ ਵਾਲੇ ਹੋਣ, ਖਾਸ ਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ। ਕਿਸਾਨਾਂ ਨੇ ਇਹ ਕਿਹਾ ਸੀ ਕਿ ਪੱਤਰਕਾਰਾਂ ਦੀ ਹਾਜ਼ਰੀ 'ਚ ਗੱਲਬਾਤ ਕਰੋ, ਕਿਉਂਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਰਿਹਾ ਇਹਨਾਂ ਆਗੂਆਂ ਦੇ ਉੱਤੇ। ਇਹ ਪੈਰ ਪੈਰ ਤੇ ਝੂਠ ਬੋਲਦੇ ਨੇ। ਹੁਣ ਤੱਕ ਤਾਂ ਤੁਸੀਂ ਅੱਡੀਆਂ ਚੱਕ ਚੱਕ ਇਹਨਾਂ ਕਾਨੂੰਨਾਂ ਦੀ ਹਮਾਇਤ ਕੀਤੀ ਸੀ। ਅੱਜ ਤੁਸੀਂ ਵਿਰੋਧ ਤੇ ਉਦੋਂ ਆਏ ਹੋ ਜਦੋਂ ਤੁਹਾਡਾ ਕਿਸਾਨ ਵਿਰੋਧ ਕਰਦੇ ਨੇ। ਹੁਣ ਉਹ ਸਮਾਂ ਨਿਕਲ ਗਿਆ ਕਿ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਦਿਓਗੇ। ਸਤਿ ਸ਼੍ਰੀ ਅਕਾਲ। ਸਾਡਾ ਖਾਸ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਵੱਖ-ਵੱਖ ਮੁੱਦਿਆਂ ਤੇ, ਚਾਹੇ ਉਹ ਮੁੱਦਾ ਧਾਰਮਿਕ ਹੋਵੇ, ਰਾਜਨੀਤਿਕ ਹੋਵੇ ਜਾਂ ਸਮਾਜਿਕ ਹੋਵੇ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੁੰਦੇ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ। ਢਿੱਲੋਂ ਸਾਹਿਬ ਅੱਜ ਵੀ ਸਾਡੇ ਨਾਲ ਮੌਜੂਦ ਨੇ। ਢਿੱਲੋਂ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਢਿੱਲੋਂ ਸਾਹਿਬ, ਪੰਜਾਬ ਦੀ ਸਿਆਸਤ ਦੇ ਵਿੱਚ ਨਵੇਂ ਸਮੀਕਰਨ ਬਣਦੇ ਹੋਏ ਨਜ਼ਰ ਆ ਰਹੇ ਨੇ। ਬਾਗੀ ਹੋਏ ਕੁਝ ਵਿਧਾਇਕ ਤੇ ਮੰਤਰੀ ਤੇ ਦੇਹਰਾਦੂਨ ਜਾ ਕੇ ਉਹਨਾਂ ਨੇ ਮੁਲਾਕਾਤ ਕੀਤੀ ਹਰੀਸ਼ ਰਾਵਤ ਦੇ ਨਾਲ। ਇਸੇ ਦੌਰਾਨ ਹਰੀਸ਼ ਰਾਵਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਹੀ ਲੜੀਆਂ ਜਾਣਗੀਆਂ। ਦੇਖੋ, ਕਾਂਗਰਸ ਵਾਲਿਆਂ ਨੇ ਜਦੋਂ ਹੁਣ ਜਮਾਂ ਅਖੀਰ ਤੇ ਕੰਮ ਆ ਗਿਆ, ਇਹ ਆਪਣੀ ਬਣੀ ਬਣਾਈ ਖੀਰ ਤੇ ਆਪ ਹੀ ਰੇਤਾ ਭੁੱਕਣ ਲੱਗੇ ਹੋਏ ਨੇ ਜੀ, ਔਰ ਆਪ ਦਾ ਸਾਰਾ ਕੁਝ ਦੂਜਿਆਂ ਦੇ ਹੱਥ 'ਚ ਫੜਾਉਣ ਲੱਗੇ ਨੇ। ਜਿਹੜਾ ਕੁਝ ਇਹ ਆਪ ਬੈਠ ਕੇ ਹੱਲ ਕਰ ਸਕਦੇ ਸੀ ਜੀ, ਉਹ ਇਹਨਾਂ ਨੇ ਕਿਸੇ ਦੇ ਤੀਜੇ ਬੰਦੇ ਦੇ ਹੱਥ 'ਚ ਹੈ। ਔਰ ਜਦੋਂ ਚੋਣਾਂ ਆਉਣੀਆਂ ਨੇ, ਉੱਤਰਾਖੰਡ ਦੀਆਂ ਚੋਣਾਂ ਵੀ ਉਸ ਵੇਲੇ ਆ ਰਹੀਆਂ ਨੇ, ਇਹ ਹਰੀਸ਼ ਰਾਵਤ ਸਾਹਿਬ ਇਹਨਾਂ ਨੂੰ ਉਸ ਵੇਲੇ ਲੱਭਣੇ ਨਹੀਂ। ਕਾਂਗਰਸ ਦੀ ਹਾਈ ਕਮਾਨ ਨੂੰ ਇਸ ਸੰਬੰਧ ਦੇ ਵਿੱਚ ਪੰਜਾਬ ਮਾਮਲਿਆਂ ਦਾ ਇੰਚਾਰਜ ਬਦਲਣ ਦੀ ਵੀ ਜ਼ਰੂਰਤ ਪੈ ਸਕਦੀ ਹੈ। ਕੱਲ ਜਦੋਂ ਇਹ ਮੰਤਰੀ ਮੰਡਲ ਦੇ ਬਦਲਾਅ ਦੀ ਗੱਲ ਆਈ, ਉਹਦੇ ਵਿੱਚ ਨਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਵੀ ਰੱਖਿਆ ਹੋਇਆ ਸੀ। ਉਹਨਾਂ ਦੀ ਕੋਠੀ ਦੇ ਵਿੱਚ ਕੱਲ ਕਾਫੀ ਵਿਧਾਇਕਾਂ ਦੀ ਮੀਟਿੰਗ ਹੋਈ ਹੈ, 4-5 ਮੰਤਰੀ ਵੀ ਸੀਗੇ। ਕੁਝ ਵਿਧਾਇਕਾਂ ਨੇ ਬਾਅਦ ਦੇ ਵਿੱਚ ਮਤਲਬ ਪਿੱਛੇ ਖਿੱਚ ਲਿਆ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬਦਲਣ ਵਾਲੇ ਮਾਮਲੇ ਦੇ ਵਿੱਚ ਇਕੱਠੇ ਨਹੀਂ, ਉਹਨਾਂ ਦੇ ਨਾਲ ਨਹੀਂ ਹੈਗੇ, ਅਦਰਵਾਈਜ਼ ਉਹਨਾਂ ਦੇ ਨਾਲ ਹੀ ਆ ਜੀ। ਸੋ ਮੈਂ ਸਮਝਦਾ ਕਿ ਜਿਹੜਾ ਇਹਨਾਂ ਦਾ ਵਿਚਾਰਕ ਬਖਰੇਵਾਂ ਚੱਲ ਰਿਹਾ, ਇੱਕ ਦੂਜੇ ਦੇ ਨਾਲ ਇਹ ਕਾਠ ਦੀਆਂ ਤਲਵਾਰਾਂ ਕੱਢੀ ਫਿਰਦੇ ਨੇ। ਇਹਨਾਂ ਨੂੰ ਚਾਹੀਦਾ ਇਹ ਸੀ ਕਿ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਰੇ ਸੀਨੀਅਰ ਮੰਤਰੀ ਤੇ ਹੋਰ ਮਿਲ ਬੈਠ ਕੇ ਕੋਈ ਕੰਮ ਕਰਦੇ। ਹੁਣ ਦੂਰੀਆਂ ਬਹੁਤ ਵੱਧ ਗਈਆਂ ਨੇ। ਜਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਹੀ ਕਹਿੰਦੇ ਹੁੰਦੇ ਸੀ ਕਿ 75-25 ਖੇਡਦੇ ਨੇ, ਹੁਣ ਜਿਵੇਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਸਾਹਿਬ 4.5 ਸਾਲ ਕੋਠੀ ਚੋਂ ਬਾਹਰ ਹੀ ਨਹੀਂ ਨਿਕਲੇ, ਆਪਦੀ ਕੋਠੀ ਦੇ ਵਿੱਚ ਹੀ ਤਣੇ ਰਹੇ ਹੈ ਜੀ। ਸੋ ਰਾਜਸੀ ਆਗੂਆਂ ਨੂੰ ਲੋਕਾਂ ਦੇ ਵਿੱਚ ਜਾਣਾ ਹੁੰਦਾ ਹੈਗਾ ਤੇ ਕੈਪਟਨ ਸਾਹਿਬ ਘੱਟ ਗਏ ਨੇ ਲੋਕਾਂ ਦੇ ਵਿੱਚ, ਬਹੁਤ ਘੱਟ। ਜਿਹੜਾ ਕਾਂਗਰਸੀ ਉਹਨਾਂ ਦੇ ਨਾਲ ਨਹੀਂ। ਇੱਕ ਮੁੱਖ ਮੰਤਰੀ ਸਾਹਿਬ ਦੀ ਇਸ ਵਾਰ ਦੀ ਕਾਰਗੁਜ਼ਾਰੀ ਤੋਂ ਕਾਫੀ ਕਾਂਗਰਸੀ ਨਾਰਾਜ਼ ਚੱਲੇ ਆ ਰਹੇ ਨੇ, ਭਾਵੇਂ ਉਹ ਮੰਤਰੀ ਨੇ, ਭਾਵੇਂ ਉਹਨਾਂ ਦੇ ਵਿਧਾਇਕ ਨੇ ਜਾਂ ਹੋਰ ਨੇ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਪਤਾ ਨਹੀਂ ਕਿਉਂ ਉਹਨਾਂ ਨੂੰ ਸੇਵਾ ਮੁਕਤ ਜਿਹੜੀ ਲਾਲ ਫੀਤਾਸ਼ਾਹੀ ਹੈ ਇਹ ਬੜੀ ਪਸੰਦ ਹੈ। ਤੁਸੀਂ ਦੇਖੋ ਜਿਹੜੇ ਪੁਰਾਣੇ ਮੁੱਖ ਸਕੱਤਰ ਹੁੰਦੇ ਸੀ ਰਿਟਾਇਰਮੈਂਟ ਤੋਂ ਪਹਿਲਾਂ ਹੀ ਉਹਨਾਂ ਦਾ ਇੱਕ ਮਹਿਕਮਾ ਬਣਾ ਕੇ ਉੱਥੇ ਲਾ ਦਿੱਤਾ ਗਿਆ। ਹੋਰ ਕਿੰਨੇ ਅਧਿਕਾਰੀਆਂ ਨੂੰ ਉਹਨਾਂ ਨੇ ਸੇਵਾ ਮੁਕਤੀ ਤੋਂ ਬਾਅਦ ਲਾਇਆ ਹੈ ਜੀ। ਸੋ
ਜਦੋਂ ਤੁਸੀਂ ਨਵੇਂ ਹੁਣ ਜਿਵੇਂ ਤਾਜ਼ਾ ਗੱਲ ਚੱਲ ਰਹੀ ਹੈ, ਕਦੇ ਪਟਵਾਰੀ ਠੇਕੇ ਤੇ ਰੱਖਣੇ ਨੇ, ਤਾਂ ਨਵੇਂ ਪਟਵਾਰੀਆਂ ਦੀ 1722 ਦੀ ਭਰਤੀ ਵਾਸਤੇ ਲਗਭਗ 2.25 ਲੱਖ ਨੌਜਵਾਨ ਜਾ ਪਹੁੰਚਿਆ। ਕਦੇ ਲੜਕੀਆਂ ਨਹੀਂ ਜਾਂਦੀਆਂ ਹੁੰਦੀਆਂ ਸੀ, ਐਕਟੀ ਲੜਕੀਆਂ ਵੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਇਹਦੇ ਵਿੱਚ। ਸੋ ਜਿਹੜਾ ਕੁਝ ਇਹ ਕਰ ਰਹੇ ਨੇ ਉਹ ਲੋਕਾਂ ਦੇ ਗਲੇ 'ਚੋਂ ਥੱਲੇ ਨਹੀਂ ਉਤਰਦਾ। ਜਿਹੜੇ ਇਹ ਅਸੰਤੁਸ਼ਟ ਵਿਧਾਇਕ ਨੇ, ਇਹਨਾਂ ਨੇ ਹਰੀਸ਼ ਰਾਵਤ ਕੋਲ ਪਹੁੰਚ ਕੀਤੀ ਸੀ। ਹਰੀਸ਼ ਰਾਵਤ ਜੇ ਸਿਆਣੇ ਹੁੰਦੇ ਤਾਂ ਉਹ ਇਸ ਤਰ੍ਹਾਂ ਦੀ ਗੱਲ ਕਰਦੇ ਕਿ ਤੁਸੀਂ ਆਏ ਹੋ, ਤੁਹਾਡੇ ਨਾਲ ਬਿੱਲ ਬੈਠ ਕੇ ਵੀ ਕੈਪਟਨ ਸਾਹਿਬ ਨੂੰ ਨਾਲ ਬਿਠਾਵਾਂਗੇ, ਉਦੋਂ ਗੱਲ ਕਰਾਂਗੇ। ਅੱਜ ਕੈਪਟਨ ਸਾਹਿਬ ਦੀ ਕਾਰਗੁਜ਼ਾਰੀ ਤੇ ਸਵਾਲ ਚੱਕੇ ਜਾ ਰਹੇ ਨੇ। ਇਹਨਾਂ ਨੇ ਜਿਹੜਾ ਪੀਕੇ ਨੂੰ ਲੈ ਕੇ ਆਂਦਾ ਗਾ, ਪੀਕੇ ਨੇ ਆਪਣੀ ਰਿਪੋਰਟ ਬੀਬੀ ਸੋਨੀਆ ਗਾਂਧੀ ਨੂੰ ਦਿੱਤੀ ਜਾ ਚੁੱਕੀ ਹੈ ਕਿ ਕੈਪਟਨ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਹੈਗੀ ਆ ਇਹ ਚੋਣ ਜਿੱਤੀ ਨਹੀਂ ਜਾ ਸਕਦੀ। ਫਿਰ ਜੇ ਹਰੀਸ਼ ਰਾਵਤ ਇਹ ਰਾਗ ਅਲਾਪਦੇ ਆ ਕਿ ਕੈਪਟਨ ਸਾਹਿਬ ਦੀ ਅਗਵਾਈ ਦੇ ਵਿੱਚ ਹੀ ਚੋਣ ਲੜੀ ਜਾਵੇਗੀ, ਜਿਹੜੇ ਹੁਣ ਉਹਨਾਂ ਦੇ ਖਿਲਾਫ ਹੋਏ ਖੜੇ ਨੇ, ਮਤਲਬ ਭਾਵੇਂ ਉਹ ਵਿਧਾਇਕ 20 ਹੋਣ, 25 ਹੋਣ, 30 ਹੋਣ, ਤਾਂ 2022 ਦੇ ਵਿੱਚ ਇਹਦਾ ਮਤਲਬ ਆਪਣੇ ਆਪ ਹੀ ਤੁਸੀਂ ਹਥਿਆਰ ਸਿੱਟ ਕੇ ਦੂਜੇ ਨੂੰ ਫੜਾ ਦਿਓ। ਰਾਵਤ ਸਾਹਿਬ ਨੂੰ ਚਾਹੀਦਾ ਸੀ ਕਿ ਕੈਪਟਨ ਸਾਹਿਬ ਦਾ ਧੜਾ ਤੇ ਜਿਹੜਾ ਇਹ ਅਸੰਤੁਸ਼ਟ ਵਿਧਾਇਕ ਤੇ ਮੰਤਰੀ ਨੇ, ਇਹਨਾਂ ਨੂੰ ਇਕੱਠਾ ਕੀਤਾ ਜਾਂਦਾ, ਇਹਨਾਂ ਦੇ ਦੁੱਖ ਸੁੱਖ ਸੁਣੇ ਜਾਂਦੇ, ਇਹਨਾਂ ਦੀ ਜਿਹੜੀਆਂ ਇੱਕ ਦੂਜੇ ਦੇ ਪ੍ਰਤੀ ਮਤਲਬ ਜਿਨ੍ਹਾਂ ਤੋਂ ਸੰਤੁਸ਼ਟ ਨਹੀਂ ਹੈਗੇ ਇਹ ਲੋਕ, ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਕੱਢਣ ਦਾ ਯਤਨ ਕੀਤਾ ਜਾਂਦਾ। ਜੇ ਇਹਨਾਂ ਨੇ ਇਸੇ ਤਰ੍ਹਾਂ ਲੜਾਈ ਜਾਰੀ ਰੱਖੀ ਤਾਂ ਕਿਸੇ ਹੋਰ ਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ, ਇਹ ਆਪਣੇ ਆਪ ਹੀ ਦੂਜਿਆਂ ਦੀ ਸਰਕਾਰ ਬਣਾ ਦੇਣਗੇ। ਇਹਨਾਂ ਦੇ ਬਹੁ ਗਿਣਤੀ ਮੰਤਰੀ ਇਹ ਕਹਿੰਦੇ ਨੇ ਕਿ ਇਹ ਬਾਦਲ ਪਰਿਵਾਰ ਦੇ ਨਾਲ ਮਿਲ ਕੇ ਖੇਡਦੇ ਨੇ, ਔਰ ਕੈਪਟਨ ਸਾਹਿਬ ਦਾ ਸਾਰਾ ਜ਼ੋਰ ਲੱਗਿਆ ਵਾ ਕਿ ਜੇ ਕਾਂਗਰਸ ਦੀ ਸਰਕਾਰ ਨਹੀਂ ਆਉਂਦੀ ਤਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸਰਕਾਰ ਬਣੇ। ਇਹ ਦੋਸ਼ ਲਾਉਂਦੇ ਨੇ ਇਹ ਬੰਦੇ, ਸਾਡੀ ਗੱਲ ਨਹੀਂ ਹੈਗੀ ਇਹ, ਇਹਨਾਂ ਦੇ ਦੋਸ਼ ਹੈਗੇ ਨੇ ਕਿ ਇਹ ਮਿਲ ਕੇ ਖੇਡਦੇ ਨੇ। ਜੇ ਇਹ ਮਿਲ ਕੇ ਖੇਡਦੇ ਨੇ ਤਾਂ ਫਿਰ ਕੀ ਬੱਟੀ ਬੈਠੇ ਨੇ। ਜਿਹੜਾ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਗੰਨੇ ਦਾ ਮਸਲਾ ਸੁਲਝਾਇਆ ਹੈਗਾ, ਉਹਦੇ ਨਾਲ ਇੱਕ ਚੰਗਾ ਬੂਸਟ ਸਰਕਾਰ ਨੂੰ ਮਿਲਿਆ ਸੀ। ਕਿਸਾਨਾਂ ਦੇ ਵਿੱਚ ਇੱਕ ਚੰਗੀ ਭੱਲ ਬਣੀ ਸੀ ਕਿ ਉਹ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਕੈਪਟਨ ਸਾਹਿਬ ਪ੍ਰਤੀ ਉਹਨਾਂ ਦਾ ਨਰਮ ਰਵੱਈਆ ਸੀ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਕਿਸਾਨੀ ਦਾ ਜਿਹੜਾ ਮੁੱਦਾ ਹੈਗਾ ਗੰਨੇ ਵਾਲਾ ਉਹਨੂੰ ਨਜਿੱਠ ਲਿਆ। ਪਰ ਜਿਵੇਂ ਇਹ ਵਿਧਾਇਕ ਉੱਥੇ ਹਰੀਸ਼ ਰਾਵਤ ਕੋਲੇ ਗਏ ਨੇ, ਇਹ ਹੋਰ ਨੂੰ ਜ਼ਰੂਰਤ ਨਹੀਂ ਪੈਣੀ, ਇਹਨਾਂ ਨੇ ਬਣੀ ਬਣਾਈ ਖੀਰ ਦੇ ਉੱਤੇ ਆਪ ਹੀ ਸਵਾਹ ਭੁੱਕ ਲੈਣੀ ਹੈ। ਜੀ ਢਿੱਲੋਂ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਈਆਂ ਤੇ ਹੁਣ ਵੋਟਿੰਗ ਜਿਹੜੀ ਹੋਈ ਸੀ ਉਹਦੇ ਰਿਜ਼ਲਟ ਅੱਜ ਆ ਗਏ ਨੇ। ਵੱਡੀ ਜਿਹੜੀ ਲੀਡ ਮਿਲੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਿਲੀ ਹੈ, ਦੂਜੇ ਨੰਬਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਚੱਲ ਰਹੀ ਹੈ ਤੇ ਮਨਜਿੰਦਰ ਸਿੰਘ ਸਿਰਸਾ ਦੀ ਹਾਰ ਹੋ ਗਈ ਹੈ। ਦੇਖੋ, ਜੇ ਕਮਾਂਡਰੀ ਹਾਰ ਜਾਵੇ ਤਾਂ ਬਹੁਤ ਅਜੀਬ ਕਿਸਮ ਦਾ ਉਸ ਵੇਲੇ ਹੁੰਦਾ ਹੈਗਾ, ਭਾਵੇਂ ਉਹ ਸਾਰੇ ਜਿੱਤ ਚੁੱਕੇ ਨੇ। ਅਗਵਾਈ ਤਾਂ ਮਨਜਿੰਦਰ ਸਿੰਘ ਸਿਰਸਾ ਦੀ ਸੀ ਨਾ, ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਦੇ 5 ਦੇ ਕਰੀਬ ਉਹਨਾਂ ਦੇ ਉਹ ਉਮੀਦਵਾਰ ਨੇ ਜਿਨ੍ਹਾਂ ਦੇ ਮਤਲਬ ਪਹਿਲਾ ਮੈਂਬਰ ਜਿਹੜੇ ਮੈਂਬਰ ਹੁੰਦੇ ਸੀ ਉਹਨਾਂ ਦੀ ਡੈਥ ਹੋ ਗਈ, ਉਹਨਾਂ ਦੀ ਜਿਹੜੀ ਸਿੰਪਥੀ ਵੋਟ ਸੀ ਉਹ ਦੂਜਿਆਂ ਨੂੰ ਪਈ ਹੈਗੀ ਹੈ। ਇੱਕ ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੀਆਂ ਦੂਜੀਆਂ ਧਿਰਾਂ ਸੀ, ਭਾਵੇਂ ਸ਼੍ਰੋਮਣੀ ਅਕਾਲੀ ਦਲ ਦਿੱਲੀ, ਇਹ ਜਿਹੜਾ ਸਰਸਾ ਸਾਹਿਬ ਦੀ ਜਾਗੋ ਪਾਰਟੀ, ਇਹਦੇ ਨਾਲ ਭਾਈ ਰਣਜੀਤ ਸਿੰਘ ਹੋਰੀ, ਭਾਈ ਰਣਜੀਤ ਸਿੰਘ ਨੇ ਤਾਂ ਇੱਥੋਂ ਤੱਕ ਕਹਿਤਾ ਆਪਦੇ ਭਾਸ਼ਣ ਦੇ ਵਿੱਚ ਵੀ ਨਾ ਤਾਂ ਤੁਸੀਂ ਨਵੀਆਂ ਵੋਟਾਂ ਬਣਾਉਂਦੇ ਹੋ, ਨਾ ਤੁਸੀਂ ਉਸ ਤਰੀਕੇ ਦੇ ਨਾਲ ਲੜਦੇ ਹੋ, ਇਕੱਠੇ ਹੋ ਕੇ ਨਹੀਂ ਲੜਦੇ ਹੈਗੇ। ਉਹਦੇ ਚੋਂ ਝਲਕ ਪੈਣੀ ਸ਼ੁਰੂ ਹੋ ਗਈ ਸੀ ਕਿ ਨਤੀਜੇ ਹੋਰ ਹੋ ਸਕਦੇ ਆ, ਕਿਉਂਕਿ 47,000 ਦੇ ਕਰੀਬ ਨਵੀਆਂ ਵੋਟਾਂ ਉੱਥੇ ਬਣਾਈਆਂ ਗਈਆਂ ਸਨ। ਔਰ ਇੱਕ ਪਾਸੇ ਅਕਾਲੀ ਦਲ ਬਾਦਲ, ਦੂਜੇ ਪਾਸੇ ਇਹ 5 ਥਾਵਾਂ ਦੇ ਉੱਤੇ ਚੋਣ ਲੜ ਰਹੇ ਸੀ। ਜੇ ਇਹ ਇਕੱਠੇ ਹੋ ਕੇ ਲੜਦੇ ਤਾਂ ਸੋਚਿਆ ਜਾ ਸਕਦਾ ਕਿ ਉਹਨਾਂ ਨੂੰ ਢਾਹ ਲਾ ਲੈਂਦੇ ਤੇ ਲਾਈ ਜਾ ਸਕਦੀ ਸੀ। ਪਰ ਜਦੋਂ ਇਹ ਇਕੱਠੇ ਹੋ ਕੇ ਨਹੀਂ ਲੜੇ, ਅੱਡ-ਅੱਡ ਗਰੁੱਪਾਂ ਦੇ ਵਿੱਚ ਲੜੇ ਨੇ, ਜਿਵੇਂ ਹੁਣ ਜੀਕੇ ਸਾਹਿਬ ਜਿੰਨੀਆਂ ਵੋਟਾਂ ਦੇ ਉੱਤੇ ਜਿੱਤੇ ਨੇ, ਜੇ ਇਕੱਠੇ ਹੋ ਕੇ ਲੜੇ ਹੁੰਦੇ ਹੋ ਸਕਦਾ ਇਸ ਤੋਂ ਦੁੱਗਣੀਆਂ ਵੋਟਾਂ ਦੇ ਉੱਤੇ ਜਿੱਤ ਪ੍ਰਾਪਤ ਕਰਦੇ। ਇੱਕ ਇਹਨਾਂ ਦਾ ਅਕਾਲੀ ਦਲ ਬਾਦਲ ਦਾ ਜਿਹੜਾ ਉਮੀਦਵਾਰ ਆ ਉਹ ਸਿਰਫ 3 ਵੋਟਾਂ ਤੇ ਜਿੱਤਿਆਗਾ, ਸਿਰਫ 3। ਜੇ ਇਕੱਠੇ ਹੋ ਕੇ ਲੜਦੇ ਤਾਂ ਉਹ ਸੀਟ ਖੋ ਸਕਦੇ ਸੀ। ਇਹ ਇਕੱਠੇ ਹੋ ਕੇ ਨਹੀਂ ਲੜੇ, ਜਿਹਦੇ ਕਰਕੇ ਇਹਨਾਂ ਪਰ ਜਿਵੇਂ ਬਾਦਲ ਦਲ ਨੂੰ ਉੱਥੇ ਜਿੱਤ ਪ੍ਰਾਪਤ ਹੋਈ ਹੈ, ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਦੋਸ਼ ਵਿਰੋਧੀਆਂ ਵੱਲੋਂ ਲਾਏ ਜਾ ਰਹੇ ਸਨ ਉਹ ਦੋਸ਼ ਉੱਥੋਂ ਦੀ ਸੰਗਤ ਨੇ ਕਬੂਲੇ ਨਹੀਂ। ਉਹਨਾਂ ਨੇ, ਹੋ ਸਕਦਾ ਇਹਨਾਂ ਦੇ ਦੱਸਣ ਦੇ ਵਿੱਚ ਕੋਈ ਫਰਕ ਹੋਵੇ ਜਾਂ ਕੋਈ ਹੋਰ, ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਹਦੇ ਤੇ ਵਿਚਾਰ ਵਟਾਂਦਰਾ ਕਰਨਾ ਪਵੇਗਾ ਕਿ ਅਗਲੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਕਾਬਜ ਹੋਣਾ ਹੈ ਤਾਂ ਇਹਨਾਂ ਨੂੰ ਹੁਣੇ ਤੋਂ ਇਕਜੁੱਟਤਾ ਦੇ ਨਾਲ
ਕੰਮ ਵੀ ਕਰਨਾ ਪਵੇਗਾ। ਔਰ ਜਦੋਂ ਨਵੀਆਂ ਵੋਟਾਂ ਬਣਦੀਆਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਇਕੱਲਾ ਬਣਾਉਣਾ ਨਹੀਂ ਚਾਹੀਦਾ। ਪਿਛਲੀ ਵਾਰੀ ਆਮ ਤੌਰ ਤੇ ਦੇਖਿਆ ਗਿਆ, ਇਹ ਸਹੀ ਸਾਬਤ ਹੋਇਆ ਕਿ ਜੇ ਵੋਟਾਂ ਵੱਧ ਪੈਣ ਤਾਂ ਜਿਹੜੀ ਹਾਕਮ ਧਿਰ ਤੋਂ ਦੂਜੀ ਧਿਰ ਹੁੰਦੀ ਹੈ ਉਹਨੂੰ ਫਾਇਦਾ ਹੁੰਦਾ ਹੈ। ਪਿਛਲੀ ਵਾਰੀ ਵੋਟਾਂ ਪਈਆਂ 47% ਬਾਈ 42%, ਇਸ ਵਾਰ ਪੈਂਦੀਆਂ ਨੇ 37.14। ਇਹਦਾ ਮਤਲਬ 5% ਵੋਟ ਘੱਟ ਪੋਲ ਹੋਈ ਹੈ। ਉਹ ਘੱਟ ਪੋਲ ਦਾ ਜਿਹੜਾ ਫਾਇਦਾ ਸੀ ਉਹ ਜਿਹੜੀ ਹਾਕਮ ਧਿਰ ਚੁੱਕ ਗਈ। ਹੁਣ ਦੂਜੇ ਪਾਸੇ ਪੰਜਾਬੀ ਬਾਗ ਦੇ ਵਿੱਚ ਸਭ ਤੋਂ ਵੱਧ ਵੋਟ ਪਈ 52%, ਉਸੇ ਵੋਟ ਨੇ ਸਿਰਸਾ ਸਾਹਿਬ ਰਗੜਤੇ। ਜਿੰਨੀ ਵੋਟ ਵੱਧ ਪਊਗੀ ਉਹ ਹਾਕਮ ਧਿਰ ਦੇ ਆਮ ਤੌਰ ਤੇ ਉਲਟ ਜਾਂਦੀ ਹੈ ਤੇ ਇਹ ਉਹ ਪੰਜਾਬੀ ਬਾਗ ਦੇ ਵਿੱਚ ਸਿਰਸਾ ਸਾਹਿਬ ਪਛੜ ਗਏ। ਤੇ ਜਿਹੜੀ ਘੱਟ ਵੋਟ ਪੋਲ ਹੋਈ, ਇੱਕ 6 ਥਾਂ ਤੇ ਇਹਨਾਂ 5 ਥਾਂ ਤੇ ਇਹਨਾਂ ਨੇ ਵੋਟ ਵੰਡੀ ਗਈ, ਉਹਦੇ ਨਾਲ ਇਹ ਕਾਮਯਾਬ ਨਹੀਂ ਹੋ ਸਕੇ। ਜੇ ਇਹਨਾਂ ਨੇ ਦੂਜੀ ਧਿਰ ਨੂੰ ਢਾਉਣਾ ਹੈ ਤੇ ਅੱਜ ਤੋਂ ਇਹ ਆਪਦਾ ਦੁਬਾਰਾ ਇਕੱਠੇ ਹੋ ਕੇ ਚੱਲਣਗੇ ਤਾਂ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਜੀ, ਇੱਕ ਢਿੱਲੋਂ ਸਾਹਿਬ, ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਸੀ, ਪਰ ਜਿਵੇਂ ਹੀ ਪਤਾ ਲੱਗਿਆ ਕਿ ਸਿਰਸਾ ਸਾਹਿਬ ਦੀ ਹਾਰ ਹੋ ਗਈ ਹੈ, ਮਨਜਿੰਦਰ ਸਿੰਘ ਸਿਰਸਾ ਦੀ, ਤਾਂ ਉਹ ਮੈਸੇਜ ਹੀ ਵਾਪਸ ਲੈ ਲਿਆ ਗਿਆ। ਦੇਖੋ, ਬੜੀ ਹੈਰਾਨੀ ਦੀ ਗੱਲ ਹੈ ਕਿ ਸੁਖਬੀਰ ਸਿੰਘ ਅੱਜ ਪ੍ਰੈਸ ਕਾਨਫਰੰਸ ਕਰਨ ਚੱਲੇ ਹੈ। ਪੂਰੀ ਚੋਣ ਦੇ ਵਿੱਚ ਤਾਂ ਇਹਨਾਂ ਨੂੰ ਉੱਥੇ ਵੜਨ ਨਹੀਂ ਦਿੱਤਾ ਕਿਸੇ ਨੇ। ਇਹ ਕਹਿੰਦੇ ਸੀ ਕਿ ਤੁਸੀਂ ਨਾ ਆਇਓ ਜੀ, ਜੇ ਤੁਸੀਂ ਆਓਗੇ ਕੋਈ ਸਾਡੀਆਂ 4 ਵੋਟਾਂ ਹੀ ਖਰਾਬ ਕਰਕੇ ਜਾਓਗੇ। ਨਾ ਪਿਛਲੀ ਵਾਰੀ ਜੀਕੇ ਨੇ ਬੁਲਾਉਣ ਦਿੱਤਾ, ਨਾ ਇੱਕ ਸਿਰਸੇ ਨੇ ਉੱਥੇ ਬੁਲਾਇਆ। ਤੇ ਅੱਜ ਪ੍ਰੈਸ ਕਾਨਫਰੰਸ ਤੁਸੀਂ ਕਿਹੜੇ ਮੂੰਹ ਨਾਲ ਕਰਦੇ ਹੋ? ਜਿਹਦੇ ਤੇ ਦਾਅ ਖੇਡਿਆ ਸੀ, ਜਿਹਨੂੰ ਪ੍ਰਧਾਨ ਬਣਾਉਣਾ ਸੀ, ਉਹ ਹਾਰ ਗਿਆ। ਤੇ ਇਸੇ ਕਰਕੇ ਉਹਨਾਂ ਦੀ ਪ੍ਰੈਸ ਕਾਨਫਰੰਸ ਮੇਰਾ ਖਿਆਲ ਹੈ ਕਿ ਨੇ ਰਾਏ ਦਿੱਤੀ ਹੋਣੀ ਆ ਵੀ ਤੁਸੀਂ ਰਹਿ ਨਹੀਂ ਦਿਓ। ਇਹ ਜਿਹੜੀ ਦਿੱਲੀ ਵਾਲੇ ਚੋਣ ਜਿੱਤੇ ਨੇ ਉਹ ਆਪਣੇ ਸਿਰ ਤੇ ਜਿੱਤੇ ਨੇ, ਉਹਦੇ ਵਿੱਚ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੋਈ ਭੂਮਿਕਾ ਨਹੀਂ ਹੈਗੀ। ਸੋ ਤੁਸੀਂ ਪਹਿਲਾਂ ਜਿਹੜੇ ਤੁਹਾਡੇ ਤੇ ਦੋਸ਼ ਲੱਗੇ ਹੋਏ ਨੇ, ਦਾਗ ਲੱਗੇ ਹੋਏ ਨੇ, ਉਹਨਾਂ ਦਾਗਾਂ ਨੂੰ ਮਿਟਾਓ। ਦਾਗ ਤਾਂ ਉਹ ਇੱਥੋਂ ਤੱਕ ਵੀ ਟੈਂਟਾਂ ਵਾਲਾ ਮਾਮਲਾ ਵੀ ਉਠਾਉਂਦੇ ਸੀ, ਹੋਰ ਉਠਾਉਂਦੇ ਸੀ। ਉਹ ਜਿਹੜਾ ਸੀਗਾ ਜਵਾਬ ਸਿਰਸਾ ਸਾਹਿਬ ਕੋਲੇ ਕੋਈ ਉਹਦਾ ਸੀ ਨਹੀਂ। ਔਰ ਪੰਜਾਬੀ ਬਾਗ ਦੇ ਵਿੱਚ ਸਭ ਤੋਂ ਵੱਧ ਵੋਟ ਦਾ ਪੈਣਾ ਇਹੋ ਸੀ ਕਿ ਲੋਕ ਸਿਰਸਾ ਸਾਹਿਬ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹੋਏ। ਜਿਸ ਬੰਦੇ ਨੂੰ ਪ੍ਰਧਾਨਗੀ ਦਾ ਦਾਅ ਖੇਡਿਆ ਜਾਣਾ ਸੀ, ਉਹ ਬੰਦਾ ਹੀ ਜਦੋਂ ਹਾਰ ਜਾਵੇ ਅੱਧਾ ਕੰਮ ਟੁੱਟ ਜਾਂਦਾ, ਭਾਵੇਂ ਦੂਜੇ ਸਾਰੇ ਹੀ ਜਿੱਤ ਜਾਣ। ਸੋ ਇਸ ਤੋਂ ਕਲੀਅਰ ਹੁੰਦਾ ਹੈ ਕਿ ਜਿਹੜੇ ਬੰਦੇ ਉੱਥੇ ਜਿੱਤੇ ਨੇ ਉਹ ਦਿੱਲੀ ਵਾਲੇ ਇਹਨਾਂ ਕਰਕੇ ਨਹੀਂ ਜਿੱਤੇ, ਉਹ ਆਪਣੇ ਤੌਰ ਤੇ ਜਿੱਤੇ ਨੇ। ਉਹਨਾਂ ਦਾ ਆਪਣਾ ਰਸੂਖ ਆਪਣੇ ਇਲਾਕੇ ਦੇ ਵਿੱਚ ਚੰਗਾ ਹੋਵੇਗਾ ਔਰ ਦੂਜਿਆਂ ਦੀ ਵੋਟ ਹੈ ਜਿਹੜੀ ਉਹ ਵੱਡੀ ਪੱਧਰ ਤੇ ਪਾਟ ਗਈ। ਇਹ ਇੱਕ ਵੱਡਾ ਫੈਕਟਰ ਹੈ। ਜੀ, ਢਿੱਲੋਂ ਸਾਹਿਬ, ਨਾਲ ਹੀ ਰਵਨੀਤ ਸਿੰਘ ਬਿੱਟੂ ਨੂੰ Z+ ਸਿਕਿਉਰਿਟੀ ਪ੍ਰੋਵਾਈਡ ਕਰਵਾ ਦਿੱਤੀ ਗਈ ਹੈ। ਕੀ ਕਾਰਨ ਰਹੇ ਕਿ ਐਡੀ ਕੀ ਲੋੜ ਪੈ ਗਈ ਕਿ ਪੰਜਾਬ ਬੈਠੇ ਨੂੰ ਐਡੀ ਸਿਕਿਉਰਿਟੀ? ਧਰਮਿੰਦਰ ਜੀ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਲੋਕਾਂ ਦੇ ਨੁਮਾਇੰਦੇ ਹਾਂ, ਦੂਜੇ ਪਾਸੇ ਤੁਸੀਂ ਐਡੀਆਂ ਵੱਡੀਆਂ ਵੱਡੀਆਂ ਡਾਰਾਂ ਲੈ ਕੇ ਸੁਰੱਖਿਆ ਕਰਮਚਾਰੀਆਂ ਦੀਆਂ ਚੱਲਦੇ ਹੋ। ਜੇ ਤੁਹਾਨੂੰ ਆਪਦੇ ਲੋਕਾਂ ਤੋਂ ਹੀ ਮਤਲਬ ਦੁੱਖ ਹੈਗਾ, ਆਪਦੇ ਲੋਕਾਂ ਤੋਂ ਹੀ ਲੱਗਦਾ ਤੁਹਾਨੂੰ ਵੀ ਡਰ ਪਿਆ ਹੋਇਆ ਹੈਗਾ, ਤਾਂ ਇਹ ਬਹੁਤ ਮੰਦਭਾਗੀ ਗੱਲ ਹੈ। ਤੁਹਾਨੂੰ ਯਾਦ ਹੋਣਾ ਕਿਸਾਨੀ ਅੰਦੋਲਨ ਦੇ ਵਿੱਚ ਵੀ ਕਿਸਾਨ ਰਵਨੀਤ ਬਿੱਟੂ ਦੇ ਗੱਲ ਪੈ ਗਏ ਸਨ। ਹੁਣ ਕਿਸ ਆਧਾਰ ਤੇ ਇਹ ਸਿਕਿਉਰਿਟੀ ਉਹਨਾਂ ਨੂੰ ਦਿੱਤੀ ਗਈ ਆ, ਇਹ ਤਾਂ ਸਮਾਂ ਦੱਸੇਗਾ। ਇਹਦੇ ਬਾਰੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੱਸਣ ਕਿ ਉਹਨਾਂ ਨੇ ਉਹਦੀ Z+ ਦੀ ਸਿਕਿਉਰਿਟੀ ਕਿਉਂ ਰਿਕਮੈਂਡ ਕਰਕੇ ਭੇਜੀ ਹੈ। ਸ਼ਾਇਦ ਇਹ ਤਾਂ ਨਹੀਂ ਕਿ ਖਾੜਕੂਬਾਦ ਦੇ ਵਿੱਚ ਉਹਨਾਂ ਦੇ ਦਾਦਾ ਜੀ ਸਰਦਾਰ ਬੇਅੰਤ ਸਿੰਘ ਨੂੰ ਖਾੜਕੂਆਂ ਨੇ ਉਸ ਵੇਲੇ ਮਤਲਬ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ, ਉਹਦਾ ਕੋਈ ਸਾਇਆ ਤਾਂ ਨਹੀਂ। ਇਹ ਵੀ ਕੋਈ ਸਮਝ ਨਹੀਂ ਆ ਰਹੀ ਕਿ ਰਵਨੀਤ ਬਿੱਟੂ ਦਾ ਭਰਾ ਗੁਰਕੀਰਤ ਸਿੰਘ ਕੋਟਲੀ, ਉਹ ਦੂਜੇ ਧੜੇ ਦੇ ਵਿੱਚ ਉਹਦੀ ਸ਼ਮੂਲੀਅਤ ਹੈਗੀ ਹੈ। ਉਧਰ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਘਰੇ ਵੀ ਬੁਲਾਉਂਦੇ ਨੇ ਤੇ ਹੋਰ ਗੱਲਾਂ ਵੀ ਕਾਫੀ ਉਹਦੇ ਤੇ ਕਰਦੇ ਨੇ। ਇਹ ਦੇਖਣਾ ਪਵੇਗਾ ਕਿ ਮੁੱਖ ਮੰਤਰੀ ਸਾਹਿਬ ਨੇ ਕਿਸ ਗਰਾਊਂਡ ਦੇ ਉੱਤੇ ਉਹਨਾਂ ਨੂੰ Z+ ਸਿਕਿਉਰਿਟੀ ਵਾਸਤੇ ਰਿਕਮੈਂਡ ਕੀਤਾ ਹੈਗਾ। ਕੀ ਉਹਨਾਂ ਨੂੰ ਇੰਨੀ ਜ਼ਰੂਰਤ ਹੈ ਜਾਂ ਬਿੱਟੂ ਸਾਹਿਬ ਇਹ ਮਹਿਸੂਸ ਕਰਦੇ ਆ ਕਿ ਉਹਨਾਂ ਨੂੰ ਇਹ ਸਾਰਾ ਕੁਝ ਹੈ? ਪਰ ਆਮ ਲੋਕਾਂ ਦੇ ਨਾਲ ਜਿੰਨਾ ਤੁਸੀਂ ਜੁੜ ਕੇ ਰਹੋਗੇ ਉਹਨਾਂ ਲੋਕ ਤੁਹਾਨੂੰ ਅਪਣਾਉਣਗੇ। ਠੀਕ ਹੈ, ਸੁਰੱਖਿਆ ਆਗੂਆਂ ਦੀ ਹੋਣੀ ਚਾਹੀਦੀ ਹੈ, ਪਰ ਉਸ ਤਰ੍ਹਾਂ ਦੀ ਗੱਲਬਾਤ ਰੱਖੋ ਜਿਵੇਂ ਹੋਣੀ ਚਾਹੀਦੀ ਹੈ ਗੱਲਬਾਤ। ਇਹ ਜਿੰਨਾ ਪੈਸਾ ਇਸ ਮੁਲਕ ਦਾ ਚੰਦ ਲੋਕਾਂ ਦੇ ਉੱਤੇ ਸਿਕਿਉਰਿਟੀ ਦੇ ਰੂਪ 'ਚ ਖਰਚਿਆ ਜਾ ਰਿਹਾ ਹੈ, ਜੇ ਇਹੀ ਪੈਸਾ ਵਿਕਾਸ ਤੇ ਲੱਗੇ, ਵਿਕਾਸ ਵਾਲੇ ਪਾਸੇ ਜਾਵੇ, ਤੁਸੀਂ ਉਸ ਤਰ੍ਹਾਂ ਦੀ ਸਥਿਤੀ 'ਚ ਜਾਓ। ਟਰੂਡੋ ਨੂੰ ਜਾ ਕੇ ਦੇਖੋ, ਉੱਥੇ ਜਸਟਿਨ ਟਰੂਡੋ ਆਮ ਲੋਕਾਂ ਦੇ ਵਿੱਚ ਤੁਰੇ ਫਿਰਦੇ ਆ ਸਾਈਕਲਾਂ ਦੇ ਉੱਤੇ, ਆਪਦਾ ਸਮਾਨ ਵੀ ਆਪ ਖਰੀਦਦੇ ਨੇ। ਉਹਨਾਂ ਲੋਕਾਂ ਨੂੰ ਵੀ ਤਾਂ ਥ੍ਰੈਟ ਹੋ ਸਕਦੀ ਹੈ। ਤੁਹਾਨੂੰ ਐਡੀ ਕਿੱਡੀ ਕੁ ਥ੍ਰੈਟ ਆਈ ਹੈ ਜਿਹੜੀ ਇਹਦੇ ਤੇ ਵਿਚਾਰ ਕਰਨ ਦੀ ਜ਼ਰੂਰਤ
है फिर तुसीं ਉਹ ਸਥਿਤੀਆਂ ਪੈਦਾ ਹੀ ਕਿਉਂ ਹੋਣ ਦਿੱਤੀਆਂ ਨੇ ਜਿਹਦੇ ਕਰਕੇ ਤੁਹਾਨੂੰ ਲੋਕਾਂ ਤੋਂ ਡਰ ਲੱਗਦਾ ਹੈ। ਜੀ ਢਿੱਲੋਂ ਸਾਹਿਬ, ਕੱਲ ਜੋ ਕੁਝ ਹੋਇਆ ਕਿਸਾਨ ਅੰਦੋਲਨ ਦੇ ਦੌਰਾਨ ਜਥੇਬੰਦੀਆਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਜਲੰਧਰ ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ ਗੰਨੇ ਦੇ ਭਾਅ ਨੂੰ ਲੈ ਕੇ, ਇੱਕੋ ਵਾਰ ਦੇ ਵਿੱਚ ਹੀ ਕੈਪਟਨ ਸਾਹਿਬ ਮੀਟਿੰਗ ਕਰਦੇ ਹੋਏ ਮੰਨ ਗਏ ਤੇ ਕੈਪਟਨ ਸਾਹਿਬ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਨਜ਼ਰ ਆਏ। ਕਿਸਾਨ ਆਗੂ, ਖੁਸ਼ੀ ਦਾ ਮਾਹੌਲ ਸੀ। ਵੀਡੀਓਜ਼ ਕਈ ਅਜਿਹੀਆਂ ਸਾਹਮਣੇ ਆਈਆਂ ਕਿ ਕਿਸਾਨਾਂ ਨੇ ਭੰਗੜੇ ਪਾਏ ਨੇ, ਵੀਡੀਓ ਉਹਨਾਂ ਦੀਆਂ ਜਾਰੀ ਹੋਈਆਂ ਨੇ ਜਿਹੜੀਆਂ ਕਿ ਇੰਨੀ ਖੁਸ਼ੀ ਦਾ ਪ੍ਰਗਟਾਵਾ ਕਰਤਾ। ਇਹ ਅਸਲ ਦੇ ਵਿੱਚ ਕਿਸਾਨਾਂ ਨੂੰ ਇਹ ਭਾਅ ਉਹਨਾਂ ਦਾ ਬਣਦਾ ਸੀ ਜਾਂ ਇੱਕ ਸਿਆਸੀ ਸਟੰਟ ਹੋ ਸਕਦਾ ਹੈ? ਨਹੀਂ, ਦੋਨੇ ਗੱਲਾਂ ਨੇਗੀਆਂ। ਪਹਿਲੀ ਗੱਲ ਤਾਂ ਜਿੰਨਾ 50 ਰੁਪਏ ਭਾਅ ਵਧਾਇਆ ਗਿਆ, ਹੁਣ ਅਸੀਂ ਜਿਹੜੀਆਂ ਮੁੱਖ 4-5 ਰਾਜ ਨੇ ਉਹਨਾਂ ਤੋਂ ਨੰਬਰ 1 ਤੇ ਆ ਗਏ ਹਾਂ ਜੀ। ਸਾਡੇ ਤੋਂ ਪਹਿਲਾਂ ਹਰਿਆਣਾ ਨੰਬਰ 1 ਸੀਗਾ, ਯੂਪੀ ਦੇ ਵਿੱਚ ਇਹ 325 ਹੈ, ਹਾਂ 325 ਹੈ, ਤੇ ਉੱਤਰਾਖੰਡ ਦੇ ਵਿੱਚ ਵੀ ਇਹਦੇ ਆਸ-ਪਾਸ ਜੀ ਹੈ। ਸਭ ਤੋਂ ਵੱਧ ਜੇ ਭਾਅ ਸੀ ਤਾਂ ਉਹ ਹਰਿਆਣੇ ਦੇ ਵਿੱਚ ਸੀ 358 ਰੁਪਏ ਜੀ। ਹੁਣ 82 ਰੁਪਏ ਹੋਰ ਵੱਧ ਗਏ ਤਾਂ 360 ਹੋ ਗਈਆਂ। ਇਹਦੇ ਨਾਲ ਕਿਸਾਨ ਆਗੂ ਜਿਹੜੇ ਹਰਿੰਦਰ ਸਿੰਘ ਲੱਖੋਵਾਲ ਨੇ ਉਹ ਇਹ ਕਹਿੰਦੇ ਨੇ ਕਿ ਇਸ ਭਾਅ ਦੇ ਨਾਲ ਪੰਜਾਬ ਜਿੱਥੇ ਨੰਬਰ 1 ਬਣ ਗਿਆ ਉੱਥੇ 15,000 ਰੁਪਇਆ ਪ੍ਰਤੀ ਏਕੜ ਕਿਸਾਨ ਨੂੰ ਫਾਇਦਾ ਹੋਵੇਗਾ। ਸਰਦਾਰ ਬਲਬੀਰ ਸਿੰਘ ਰਾਜੇਵਾਲ ਬੜੇ ਸੂਝਵਾਨ ਤੇ ਸੀਨੀਅਰ ਕਿਸਾਨਾਂ ਦੇ ਆਗੂ ਨੇ। ਉਹਨਾਂ ਤੋਂ ਸਵਾਲ ਪੁੱਛਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਕਹਿੰਦਾ, ਭਾਜਪਾ ਕਹਿੰਦੀ ਹੈ, ਸੁਖਬੀਰ ਸਿੰਘ ਬਾਦਲ ਨੇ ਤਾਂ ਦੂਜਾ ਕਿਹਾ ਕਿ ਅਸੀਂ ਹੋਰ ਵਧਾ ਕੇ ਪੇਸ਼ ਕਰਾਂਗੇ। ਭਾਜਪਾ ਕਹਿੰਦੀ ਹੈ ਵੀ ਜੇ ਸਾਡਾ ਰਾਜ ਆ ਗਿਆ ਤਾਂ ਅਸੀਂ 470 ਤੋਂ ਵੀ ਟਪਾ ਦਿਆਂਗੇ। ਉਹ ਕਹਿੰਦੇ ਵੀ ਨਾ 9 ਮਣ ਤੇਲ ਇਕੱਠਾ ਹੋਣਾ, ਨਾ ਰਾਧਾ ਨੱਚਣੀ ਹੈ। ਉਹਨਾਂ ਨੇ ਕਿਹਾ ਕਿ ਅੱਜ ਤੱਕ 50 ਰੁਪਏ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਾਂ 1966 ਜਦੋਂ ਤੋਂ ਪੰਜਾਬ ਪੁਨਰ ਗਠਨ ਐਕਟ ਦੇ ਤਹਿਤ ਬਣਿਆ ਹੈ ਜੀ, ਉਦੋਂ ਤੱਕ ਅਜੇ ਤੱਕ ਜਿਹੜਾ ਹੈਗਾ ਉਹ ਕੋਈ ਐਡਾ ਭਾਅ ਨਹੀਂ ਵਧਿਆ। ਭਾਵੇਂ 80 ਇਸ ਤੋਂ ਵੱਧ ਮੰਗਿਆ ਸੀ। ਪਹਿਲਾਂ ਸਰਕਾਰ 340 ਤੇ ਆਈ, 340 ਤੋਂ ਬਾਅਦ ਜਿਹੜੇ ਮੰਤਰੀ ਉੱਥੇ ਬੈਠੇ ਹੋਏ ਸੀ, ਖਾਸ ਕਰ ਪ੍ਰਤਾਪ ਸਿੰਘ ਬਾਜਵਾ, ਸਰਦਾਰ ਲਾਲ ਸਿੰਘ, ਹੋਰ ਕਈਆਂ ਨੇ ਕਿਹਾ ਕਿ ਸੀਐਮ ਸਾਹਿਬ ਤੁਸੀਂ ਇਹ ਕਿਸਾਨ ਬਹੁਤ ਦੇਰ ਬਾਅਦ ਸਾਡੇ ਕੋਲੇ ਆਏ ਨੇ, ਕਿਉਂਕਿ ਪਿਛਲੇ 4 ਸਾਲਾਂ 'ਚ ਦੁਆਨੀ ਨਹੀਂ ਵਧਾਈ ਇਹਨਾਂ ਨੇ ਵੀ। ਹੁਣ 4 ਸਾਲਾਂ ਦਾ ਇਕੱਠਾ ਹੀ ਵਧਾਤਾ, ਇਹਦਾ ਮਤਲਬ 12.5 ਰੁਪਏ 1 ਸਾਲ ਦਾ ਆਇਆ। ਤੇ ਇਸ ਵਾਰ ਜਿਹੜਾ ਭਾਅ ਇੰਨਾ ਵਧਾ ਦੇਣਾ, ਇਹਦੇ ਤੇ ਕਿਸਾਨ ਖੁਸ਼ ਹੋ ਗਏ। ਕਿਸਾਨਾਂ ਨੇ ਕਿਹਾ ਚਲੋ ਕੁਛ ਤਾਂ ਸਾਡੇ ਪੱਲੇ ਪਿਆ ਹੈਗਾ। ਉਹਦੇ ਵਿੱਚ 55 ਕਰੋੜ ਜਿਹੜਾ ਇਹਨਾਂ ਦਾ ਬਕਾਇਆ ਖੜਾ, ਉਹਦੇ ਵਾਸਤੇ ਸਹਿਮਤੀ ਇਹ ਬਣੀ ਹੈ। ਇਹ ਪਹਿਲੀ ਮੀਟਿੰਗ 'ਚ ਹੀ ਸਹਿਮਤੀ ਹੋ ਗਈ ਸੀ ਬਕਾਏ ਵਾਲੀ ਤਾਂ, ਜਦੋਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਟਿੰਗ ਕੀਤੀ ਹੈ। ਔਰ 15 ਦਿਨ ਦਾ ਉਹਨਾਂ ਨੇ ਟਾਈਮ ਲੈ ਲਿਆ ਕਿ 15 ਦਿਨ ਦੇ ਵਿੱਚ ਤੁਹਾਡਾ ਸਾਰਾ ਬਕਾਇਆ ਤੁਹਾਡੇ ਖਾਤਿਆਂ 'ਚ ਪਾ ਦਿੱਤਾ ਜਾਵੇਗਾ। ਇਹਦੇ ਤੋਂ ਕਿਸਾਨ ਖੁਸ਼ ਹੋਏ ਨੇ, ਉਹਨਾਂ ਨੇ ਧਰਨੇ ਚੱਕਤੇ। ਮੈਨੂੰ ਅੱਜ ਇੱਕ ਗੱਲ ਕਹਿਣ ਦੇ ਵਿੱਚ ਬਹੁਤ ਫਖਰ ਮਹਿਸੂਸ ਹੋ ਰਿਹਾ ਹੈ ਕਿ ਜਲੰਧਰ ਵਾਲਾ ਧਰਨੇ ਦੇ ਵਿੱਚੋਂ ਕੁਝ ਆਗੂ ਖੁਦ ਝਾੜੂ ਲੈ ਕੇ ਉੱਥੇ ਸਫਾਈ ਕਰ ਰਹੇ ਸਨ। ਆਹੀ ਤਾਂ ਸੰਦੇਸ਼ ਅਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ। ਜੇ ਸੰਯੁਕਤ ਕਿਸਾਨ ਮੋਰਚਾ ਇਹ ਕਹਿ ਦੇ, ਨਹੀਂ ਇੱਥੇ ਆਮ ਤੌਰ ਤੇ ਅਸੀਂ ਦੇਖਿਆ ਧਾਰਮਿਕ ਸੰਗਠਨ ਵੀ ਹੁਣ ਤਿਉਹਾਰ ਆ ਜਾਣਗੇ, ਵੱਡੇ ਵੱਡੇ ਅਸੀਂ ਲੰਗਰ ਲਾਉਂਦੇ ਹਾਂ ਪਰ ਕਦੇ ਸਫਾਈ ਨਹੀਂ ਕਰਦੇ। ਉਹ ਪਲੇਟਾਂ ਕਾਗਜ਼ ਦੀਆਂ 3-3 ਕਿਲੋਮੀਟਰ ਤੱਕ ਉੜਦੀਆਂ ਫਿਰਦੀਆਂ ਨੇ। ਆਹ ਕਿਸਾਨਾਂ ਨੇ ਜਿਹੜਾ ਉੱਥੇ ਫਗਵਾੜੇ ਦੇ ਕੋਲ ਧਰਨਾ ਲਾਇਆ ਸੀ ਜਲੰਧਰ ਤੋਂ ਪਹਿਲਾਂ, ਇਹ ਉਹਨਾਂ ਨੇ ਜਦੋਂ ਸਫਾਈ ਕਰਦੇ ਦੇਖੇ ਗਏ, ਇੱਕ ਬਹੁਤ ਵੱਡਾ ਸੰਦੇਸ਼ ਦਿੱਤਾ। ਜਿਹੜੇ ਵੀ ਕਿਸਾਨ ਉੱਥੇ ਇਹ ਸਫਾਈ ਕਰ ਰਹੇ ਸੀ ਉਹਨਾਂ ਨੂੰ ਸਲਾਮ, ਉਹਨਾਂ ਦੀ ਸੋਚ ਨੂੰ ਸਲਾਮ। ਇਹ ਤਰ੍ਹਾਂ ਦੀ ਸੋਚ ਜਿਹੜੀ ਹੈ ਲੋਕਾਂ ਤੱਕ ਲੈ ਕੇ ਜਾਓ ਕਿ ਲੋਕ ਤੁਹਾਡੇ ਨਾਲ ਉਸੇ ਤਰ੍ਹਾਂ ਤੁਰਨ ਜਿਹੜਾ ਤੁਸੀਂ ਅੱਜ ਉੱਥੇ ਇੱਕ ਕੀਤਾ। ਚੁਗਿਰਦੇ ਨੂੰ ਸਾਫ਼ ਕਰਨ ਦਾ, ਸਾਫ਼ ਸੁਥਰਾ ਰੱਖਣ ਦਾ। ਅੱਧੀਆਂ ਬਿਮਾਰੀਆਂ ਅਸੀਂ ਖਤਮ ਕਰ ਲਾਂਗੇ ਜੇ ਚੁਗਿਰਦੇ ਨੂੰ ਆਪ ਸਾਫ਼ ਕਰ ਲਵਾਂਗੇ। ਔਰ ਇਹਦੇ ਨਾਲ ਹੀ ਜਿਹੜਾ ਸਾਡੇ ਤੇ ਇਲਜ਼ਾਮ ਲੱਗਦਾ ਨਾ ਪਰਾਲੀ ਵਾਲਾ, ਉਹਦੇ ਲਈ ਵੀ ਮੈਂ ਕਹਿੰਦਾ ਰਾਜੇਵਾਲ ਸਾਹਿਬ ਤੁਸੀਂ ਪੰਜਾਬ ਸਰਕਾਰ ਨੂੰ ਨਾਲ ਲੈ ਕੇ ਜਾਂ ਹੋਰ ਕਰੋ ਕਿ ਕੇਂਦਰ ਸਰਕਾਰ ਪਰਾਲੀ ਵਾਸਤੇ ਵੀ ਕੋਈ ਬੋਨਸ ਦੇਵੇ, ਜਿਹਦੇ ਨਾਲ ਅੱਗ ਨਾ ਲਾਈ ਜਾਵੇ। ਅੱਗ ਨਾਲ ਸਾਡੇ ਜਿੱਥੇ ਮਿੱਤਰ ਕੀੜੇ, ਧਰਤੀ ਦੀ ਉਪਜਾਊ ਸ਼ਕਤੀ ਘਟਦੀ ਹੈ। ਜਦੋਂ ਤੁਹਾਡਾ ਇਹ ਕਿਸਾਨੀ ਮੁੱਦਿਆਂ ਦੇ ਉੱਤੇ ਮਸਲਾ ਹੱਲ ਹੋਵੇ, ਉਦੋਂ ਜਿਹੜਾ ਸਪੈਸ਼ਲ ਬੋਨਸ ਹੈ ਕੇਂਦਰ ਸਰਕਾਰ ਤੋਂ ਝੋਨੇ ਤੇ, ਉਹ ਵੀ ਜ਼ਰੂਰ ਪ੍ਰਾਪਤ ਕਰਿਓ। ਔਰ ਮੈਨੂੰ ਲੱਗਦਾ ਕੁਝ ਚੀਜ਼ਾਂ ਸਾਨੂੰ ਆਪਣੇ ਤੌਰ ਤੇ ਵੀ ਰਾਜਾਂ ਨੂੰ ਪਿੰਡਾਂ ਪੱਧਰ ਦੇ ਉੱਤੇ ਜੇ ਅਸੀਂ ਸਾਂਝੇ ਤੌਰ ਤੇ ਇੱਕ ਪਿੰਡ ਦੇ ਵਿੱਚ 10-10 ਮਸ਼ੀਨਾਂ ਵੀ ਇਕੱਠੀਆਂ ਕਰ ਲਈਏ ਗੱਠਾਂ ਬਣਾਉਣ ਵਾਲੀਆਂ, ਔਰ ਸਾਡੇ ਜਿਹੜੇ ਤਾਪ ਬਿਜਲੀ ਘਰ ਬੰਦ ਹੋਣ ਕਿਨਾਰੇ ਫਿਰਦੇ ਨੇ, ਇਹਨਾਂ ਤਾਪ ਬਿਜਲੀ ਘਰਾਂ ਨੂੰ ਪਰਾਲੀ ਤੇ ਬਾਇਓਮਾਸ ਰਹਿੰਦ ਖੂੰਦ ਦੇ ਉੱਤੇ ਲੈ ਆਂਦਾ ਜਾਵੇ। ਮੈਂ ਸਮਝਦਾ ਇਕੱਲਾ ਪੰਜਾਬ ਨਹੀਂ,
3-4 ਰਾਜਾਂ ਦੀ ਪਰਾਲੀ ਉੱਥੇ ਖਪਤ ਹੋ ਸਕਦੀ ਹੈ। ਉਹਦੇ ਨਾਲ ਕਿਸਾਨਾਂ ਨੂੰ 2 ਰੁਪਈਆਂ ਦਾ ਫਾਇਦਾ ਵੀ ਹੋਵੇਗਾ ਔਰ ਸਾਡਾ ਚੁਗਿਰਦਾ ਵੀ ਸਾਫ਼ ਹੋਵੇਗਾ। ਮੈਂ ਇੱਕ ਵਾਰੀ ਫੇਰ ਜਿਨ੍ਹਾਂ ਕਿਸਾਨਾਂ ਨੇ ਅੱਜ ਉੱਥੇ ਸਫਾਈ ਕੀਤੀ ਹੈ ਉਹਨਾਂ ਨੂੰ ਫੇਰ ਇਸ ਚੈਨਲ ਤੋਂ ਜਿੱਥੇ ਉਹਨਾਂ ਦੀ ਸ਼ਲਾਘਾ ਕਰਦੇ ਆ ਉੱਥੇ ਉਹਨਾਂ ਨੂੰ ਸਲੂਟ ਵੀ ਕਰਦੇ ਆ। ਜੀ ਢਿੱਲੋਂ ਸਾਹਿਬ, ਜਾਂਦੇ ਜਾਂਦੇ ਚਰਚਾ ਕਰਾਂਗੇ ਕਿ ਜਿਸ ਤਰ੍ਹਾਂ ਦੇ ਨਾਲ ਵਿਰੋਧ ਜਾਰੀ ਹੈ ਸਿਆਸੀ ਆਗੂਆਂ ਦਾ, ਪਹਿਲਾਂ ਇਕੱਲੀ ਭਾਜਪਾ ਦਾ ਵਿਰੋਧ ਜਾਰੀ ਸੀ, ਹੁਣ ਕਾਂਗਰਸੀ, ਹੁਣ ਆਮ ਆਦਮੀ ਪਾਰਟੀ ਵਾਲੇ, ਹੁਣ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਇਹਨਾਂ ਦਾ ਵਿਰੋਧ ਵੀ ਕਿਸਾਨਾਂ ਵੱਲੋਂ ਡਟ ਕੇ ਕੀਤਾ ਜਾ ਰਿਹਾ ਹੈ। ਵਿਜੇਂਦਰ ਸਿੰਗਲਾ ਕੱਲ ਸੰਗਰੂਰ ਦੇ ਵਿੱਚ ਵਿਰੋਧ ਕੀਤਾ ਗਿਆ, ਇੱਕ ਰਮੇਸ਼ ਕੁੱਕੂ ਨੇ ਦਿੜਬਾ ਦੇ ਵਿੱਚ ਉਹਨਾਂ ਦਾ ਕੀਤਾ ਗਿਆ ਭਾਜਪਾ ਆਗੂ ਦਾ, ਤੇ ਨਾਲ ਹੀ ਸੁਖਬੀਰ ਬਾਦਲ ਦਾ ਵਿਰੋਧ ਵੀ ਮੁਕਤਸਰ ਦੇ ਨਜ਼ਦੀਕ ਪੈਂਦੇ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ। ਕੱਲ ਉਹ ਗਏ ਸੀ ਗਿੱਦੜਬਾਹਾ, ਫੇਰ ਗਏ ਸੀ ਦੋਦੇ। ਉਹ ਕਹਿੰਦੇ ਵੀ ਗੱਲਬਾਤ ਕਰੋ, ਕਿਸਾਨਾਂ ਨੇ ਇਹ ਕਿਹਾ ਸੀਗਾ ਪੱਤਰਕਾਰਾਂ ਦੀ ਹਾਜ਼ਰੀ 'ਚ ਗੱਲਬਾਤ ਕਰੋ, ਕਿਉਂਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਰਿਹਾ ਇਹਨਾਂ ਆਗੂਆਂ ਦੇ ਉੱਤੇ। ਇਹ ਪੈਰ ਪੈਰ ਤੇ ਝੂਠ ਬੋਲਦੇ ਨੇ, ਜਿਹੜੇ ਵਾਅਦੇ ਕੀਤੇ। ਹੁਣ ਕਿਸਾਨਾਂ ਇਸ ਗੱਲ ਦਾ ਸਪਸ਼ਟੀਕਰਨ ਅੱਜ ਤੱਕ ਸੁਖਬੀਰ ਬਾਦਲ ਕਿਸੇ ਨੂੰ ਸੰਤੁਸ਼ਟ ਕਰਾ ਹੀ ਨਹੀਂ ਸਕੇਗਾ ਕਿ ਹੁਣ ਤੱਕ ਤਾਂ ਤੁਸੀਂ ਅੱਡੀਆਂ ਚੱਕ ਚੱਕ ਕੇ ਨਾ ਕਾਨੂੰਨਾਂ ਦੀ ਹਮਾਇਤ ਕੀਤੀ ਸੀ, ਅੱਜ ਤੁਸੀਂ ਵਿਰੋਧ ਤੇ ਉਦੋਂ ਆਏ ਹੋ ਜਦੋਂ ਤੁਹਾਡਾ ਕਿਸਾਨ ਵਿਰੋਧ ਕਰਦੇ ਨੇ। ਜੇ ਤੁਸੀਂ ਐਡੇ ਸੱਚੇ ਸੁੱਚੇ ਸੀ ਤਾਂ ਦੱਸੋ ਤੁਸੀਂ ਪਹਿਲਾਂ ਗਲਤ ਸੀ ਕਿ ਤੁਸੀਂ ਹੁਣ ਗਲਤ ਹੋ। ਸੋ ਇਹਦਾ ਰਾਜਸੀ ਆਗੂ ਨੂੰ ਭਾਵੇਂ ਸੁਖਬੀਰ ਸਿੰਘ ਬਾਦਲ ਹੋਣ, ਬੀਬਾ ਹਰਸਿਮਰਤ ਕੌਰ ਬਾਦਲ ਹੋਣ, ਕਾਂਗਰਸੀ ਹੋਣ, ਅਕਾਲੀ ਹੋਣ, ਆਮ ਵਾਲੇ ਹੋਣ ਜਾਂ ਭਾਰਤੀ ਜਨਤਾ ਪਾਰਟੀ ਵਾਲੇ ਹੋਣ, ਹੁਣ ਉਹ ਸਮਾਂ ਨਿਕਲ ਗਿਆ ਕਿ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਦਿਓਗੇ। ਇਹ ਕਿਸਾਨੀ ਅੰਦੋਲਨ ਨੇ ਲੋਕਾਂ ਨੂੰ ਬਹੁਤ ਜਾਗਰੂਕ ਕਰਤਾ। ਜਿੱਥੇ ਕਿਸਾਨੀ ਅੰਦੋਲਨ ਨੇ ਭਾਈਚਾਰਕ ਸਾਂਝ ਵਧਾਈ ਹੈ, ਉੱਥੇ ਲੋਕਾਂ ਦੇ ਵਿੱਚ ਜਾਗਰੂਕਤਾ ਲਿਆਂਦੀ ਹੈ। ਲੋਕ ਟਿਪਸ ਤੇ ਨੇ, ਜਦੋਂ ਸਵਾਲ ਪੁੱਛਦੇ ਨੇ। ਜਦੋਂ ਗੱਲ ਕੀਤੀ ਬਿਜਲੀ ਸਰਪਲਸ ਕਰਤੀ, ਉਹ ਬਿਜਲੀ ਸਰਪਲਸ ਤਾਂ ਕਰਤੀ, ਜਿਹੜਾ 5100 ਕਰੋੜ ਰੁਪਇਆ ਤੁਹਾਡੇ ਸਮਝੌਤਿਆਂ ਦਾ ਮੁਫਤ 'ਚ ਦੇਣਾ ਪਏਗਾ, ਉਹਦੇ ਬਾਰੇ ਵੀ ਦੱਸੋ ਵੀ ਉਹ ਕਿਉਂ ਦਿੱਤਾ ਗਿਆ। ਜੇ ਗੁਜਰਾਤ 50% ਉਤਪਾਦਨ ਦੇ ਉੱਤੇ ਬਿਜਲੀ ਦਾ ਆਇਆ ਕੰਪਨੀਆਂ ਨਾਲ ਸਮਝੌਤਾ ਕਰ ਸਕਦਾ ਹੈਗਾ, ਤਾਂ ਤੁਸੀਂ ਆਪਣਾ ਜਿਹੜਾ ਪੀਕ ਲੋਡ ਦੇ ਉੱਤੇ ਕਿਉਂ ਕੀਤਾ। ਆ ਹੁਣ ਮਹੀਨਾ ਰਹਿ ਗਿਆ, ਮਹੀਨੇ ਤੋਂ ਬਾਅਦ ਸਾਡੀ ਤਾਂ ਮੰਗ ਹੀ ਜਿਹੜੀ ਹੈ 6000 ਮੈਗਾਵਾਟ ਰਹਿ ਜਾਣੀ ਹੈ, ਤੇ ਫਿਰ ਬਾਕੀ ਦਾ ਕਰਾਂਗੇ ਕੀ। ਜਿਹੜੇ ਸਰਕਾਰੀ ਤਾਪ ਬਿਜਲੀ ਘਰ ਨੇ ਉਹਨਾਂ ਨੂੰ ਜਦੋਂ ਬੰਦ ਕਰਦੇ ਆ, 6000 ਦੇ ਕਰੀਬ ਮੁਲਾਜ਼ਮ ਆ ਉੱਥੇ, ਉਹਨਾਂ ਨੂੰ ਮੁਫਤ 'ਚ ਤਨਖਾਹ ਦੇ ਰਹੇ ਆ। ਜਿਹੜਾ ਅਸਲ ਕੰਮ ਕਰਨ ਵਾਲਾ ਸੀ ਸੁਖਬੀਰ ਜੀ, ਉਹ ਸੀ ਇੱਥੇ ਸੰਚਾਲਨ ਸਿਸਟਮ ਨੂੰ ਵਧਾਉਣ ਦਾ, ਟਰਾਂਸਮਿਸ਼ਨ ਲਾਈਨਾਂ ਵਧਾਉਣ ਦਾ। ਟਰਾਂਸਮਿਸ਼ਨ ਲਾਈਨ ਇਹ ਸਰਕਾਰ ਨੇ 5 ਸਾਲਾਂ ਦੇ ਵਿੱਚ ਸਿਰਫ 600 ਮੈਗਾਵਾਟ ਵਧਾਈ ਹੈ। ਜੇ ਇਹਨੂੰ ਅਸੀਂ 10000 ਮੈਗਾਵਾਟ ਤੱਕ ਲੈ ਜਾਈਏ ਤਾਂ ਤੁਹਾਡੇ ਆ ਮਹਿੰਗੇ ਭਾਅ ਵਾਲੇ ਇੱਥੇ ਦੀ ਜ਼ਰੂਰਤ ਨਹੀਂ ਸੀ। ਜਦੋਂ ਬਹੁਤ ਸਾਰੇ ਦੂਜੇ ਰਾਜਾਂ ਦੇ ਵਿੱਚੋਂ ਕੇਂਦਰੀ ਪੂਲ ਦੇ ਵਿੱਚੋਂ ਸਾਨੂੰ ਸਸਤੀ ਬਿਜਲੀ ਮਿਲ ਜਾਂਦੀ ਹੈ, ਸਾਡੇ ਕੋਲੇ ਲਿਆਉਣ ਵਾਸਤੇ ਲਾਈਨਾਂ ਨਹੀਂ। ਅੱਜ ਪੂਰਾ ਭਾਰਤ ਜਿਹੜਾ ਹੈਗਾ ਉਹ ਨਾਰਥ, ਸਾਊਥ, ਈਸਟ, ਵੈਸਟ ਤੇ ਸੈਂਟਰਲ 5 ਗ੍ਰਿਡਾਂ ਦੇ ਵਿੱਚ ਵੰਡਿਆ ਗਿਆ ਹੈਗਾ। ਇੱਕ ਪਾਸੇ ਤੋਂ ਦੂਜੇ ਪਾਸੇ ਬਿਜਲੀ ਭੇਜਣਾ ਮਿੰਟ 2 ਦਾ ਕੰਮ ਹੈ। ਸੋ ਉਸ ਤਰ੍ਹਾਂ ਗਮਰਾਹ ਨਾ ਕਰੋ ਕਿ ਅਸੀਂ ਆਹ ਕਰਤਾ ਆਹ ਕਰਤਾ। ਇਹ ਵੀ ਦੱਸ ਦਿਓ ਕਿ ਉਹਨਾਂ ਦੇ ਵਿੱਚ ਘਾਲੇ ਮਾਲੇ ਕੀ ਕੀਤੇ ਸੀ। ਉਹ ਨਾ ਤੁਸੀਂ ਤਾਂ ਦੱਸਣਾ ਕੀ ਸੀ, ਕਿਉਂਕਿ ਤੁਸੀਂ ਕਰਕੇ ਗਏ ਹੋ। ਮੌਜੂਦਾ ਸਰਕਾਰ ਤੇ ਇਹ ਦੋਸ਼ ਲੱਗਦੇ ਨੇ 2 ਸਾਲ ਹੋ ਗਏ ਬਿਜਲੀ ਬੋਰਡ ਨੂੰ ਵਾਈਟ ਪੇਪਰ ਤਿਆਰ ਕੀਤੇ ਨੂੰ, ਉਹ ਲੋਕਾਂ ਦੇ ਵਿੱਚ ਲਿਆਂਦਾ ਕਿਉਂ ਨਹੀਂ ਜਾ ਰਿਹਾ। ਸੋ ਇਸ ਕਰਕੇ ਤੁਸੀਂ ਲੋਕਾਂ ਨੂੰ ਗਮਰਾਹ ਨਾ ਕਰੋ। ਅਸੀਂ ਕਹਿੰਦੇ ਆ ਕਿ ਸਸਤੀ, ਤੁਸੀਂ ਉਹਨੂੰ ਕਹਿਤਾ ਕਿ 400 ਯੂਨਿਟ ਬਿਜਲੀ ਦੇ ਮੁਫਤ ਦੇਵਾਂਗੇ। 400 ਯੂਨਿਟ ਦੇ ਨਾਲ ਘੱਟੋ ਘੱਟ 1 ਮਹੀਨੇ ਦਾ ਜਿਹੜਾ ਬਿਜਲੀ ਦੇ ਉੱਤੇ ਹੈ 2-2.5 ਹਜ਼ਾਰ ਕਰੋੜ ਦਾ ਬੋਝ ਪਵੇਗਾ। ਜੋ ਬਿਜਲੀ 6700 ਕਰੋੜ ਰੁਪਇਆ ਤੁਹਾਡੀ ਸਾਲ ਦੀ ਸਬਸਿਡੀ ਹੈ ਇਹਦੀ, ਤਾਂ 400 ਯੂਨਿਟ ਦੇ ਨਾਲ ਜਿਹੜਾ 2-3 ਹਜ਼ਾਰ ਕਰੋੜ ਸਾਲ ਦਾ ਹੋਰ ਬੋਝ ਪਵੇਗਾ। 10000 ਕਰੋੜ ਹੋ ਗਿਆ। 10000 ਕਰੋੜ ਤੁਸੀਂ ਦੇ ਸਕੋਗੇ। ਕਿਹੜੀ ਚੀਜ਼ ਦੀ ਆਮਦਨ ਹੈ ਤੁਹਾਡੀ? ਸਭ ਤੋਂ ਵੱਧ ਐਕਸਾਈਜ਼ ਦੀ ਆਮਦਨ ਹੈ, ਉਹ 6700 ਕਰੋੜ ਰੁਪਏ ਦੀ ਹੈ। ਫਿਰ ਮੁਲਾਜ਼ਮਾਂ ਨੂੰ ਨਾ ਤਨਖਾਹ ਦਿੱਤੀਆਂ ਜਾਣਗੀਆਂ। ਫਿਰ ਜਿਵੇਂ ਹੁਣ ਠੇਕੇ ਤੇ ਭਰਤੀ ਕਰਨ ਵਾਸਤੇ ਪਟਵਾਰੀ ਕਹਿਤਾ, ਇਹੋ ਜਿਹੇ ਕੰਮ ਹੀ ਕਰੋਗੇ। ਜਿਹੜਾ ਬੰਦੇ ਨੂੰ ਨਾ ਖੇਤੀ ਦੀ ਸਬਸਿਡੀ ਲੈਂਦਾ ਹੈ, ਨਾ ਉਹ ਗਰੀਬ ਆਇਆ 'ਚ 200 ਯੂਨਿਟ ਵਾਲੇ ਚਾਹੁੰਦਾ ਹੈ, ਨਾ ਕਿਸੇ ਹੋਰ ਚਾਹੁੰਦਾ ਹੈ, ਉਹ ਬੰਦਾ ਕਿਉਂ ਵੱਧ ਭਾਅ ਬਿਜਲੀ ਦਾ ਦੇਵੇ? ਜੇ ਕਿਸਾਨਾਂ ਨੂੰ ਤੁਸੀਂ ਕਹੋਗੇ ਉਹ ਤਾਂ ਮੁਫਤ ਬਿਜਲੀ ਲੈਂਦੇ ਨੇ, 200 ਯੂਨਿਟ ਵਾਲੇ ਜਿਹੜੇ ਗਰੀਬ ਪਰਿਵਾਰ ਉਹ ਵੀ ਮੁਫਤ ਲੈਂਦੇ ਨੇ, ਤੇ ਉਹ ਭਾਰ ਆਮ ਪਬਲਿਕ ਤੇ ਕਿਉਂ ਪਾਇਆ ਜਾਵੇ? ਉਹਨੂੰ ਤਾਂ ਸਮਝ ਦੀ ਰਾਇਤ ਦਿਓ। ਜਿਹੜਾ ਬੰਦਾ ਕੋਈ ਕਿਸੇ ਕਿਸਮ ਦੀ ਸਬਸਿਡੀ ਨਹੀਂ ਲੈਂਦਾ ਹੈਗਾ। ਸੋ ਇਸ ਤਰ੍ਹਾਂ ਦੀ ਥਾਂ ਦੇ ਉੱਤੇ ਤੁਸੀਂ ਭਾਰ ਘਟਾਓ ਤੇ ਸਾਰਿਆਂ ਨੂੰ ਹੀ
ਘੱਟ ਦਰਾਂ ਦੇ ਉੱਤੇ ਬਿਜਲੀ ਮੁਹੱਈਆ ਕਰਾਓ, ਜਿਹੜੀ ਰਾਜ ਦੇ ਲੋਕਾਂ ਵਾਸਤੇ ਕਰਾ ਲਓ ਆਡਿਟ, ਨਹੀਂ ਕਰਾਈ ਜਾਂਦੀ। ਸੋ ਇਹਨਾਂ ਦੋਨਾਂ ਨੇ ਜਿਹੜਾ ਹੈਗਾ 15 ਸਾਲ ਦੇ ਵਿੱਚ ਉਹੀ ਨੀਤੀਆਂ ਪੁਰਾਣੀ ਸਰਕਾਰ ਦੀਆਂ ਸੀ, ਉਹੀ ਨੀਤੀਆਂ ਕੈਪਟਨ ਸਾਹਿਬ ਦੀਆਂ ਸੀ। ਜੋ ਵਾਅਦੇ ਕੀਤੇ ਸੀ, ਗੁਟਕਾ ਸਾਹਿਬ ਚੱਕ ਕੇ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਕੀਤੇ ਗਏ। ਸੋ ਇਸੇ ਕਰਕੇ ਲੋਕਾਂ ਦੇ ਵਿੱਚ ਅੱਜ ਜਵਾਬਦੇਹੀ ਹੈ ਔਰ ਲੋਕ ਇਹਨਾਂ ਨੂੰ ਬਾਰ-ਬਾਰ ਤੇ ਘੇਰ ਰਹੇ ਨੇ। ਜੇ ਸੁਖਬੀਰ ਸਿੰਘ ਹੋਰੀ ਐਡੇ ਸੱਚੇ ਸੁੱਚੇ ਨੇ ਤਾਂ ਮੈਂ ਸਮਝਦਾ ਕਿ ਮੀਡੀਆ ਦੇ ਸਾਹਮਣੇ ਗੱਲ ਕਰਨ 'ਚ ਹਰਜ ਕੀ ਹੈ। ਜਦੋਂ ਅਸੀਂ ਸੱਚ ਤੇ ਖੜੇ ਹਾਂ ਤਾਂ ਮੀਡੀਆ ਦੇ ਸਾਹਮਣੇ ਖੜੋ। ਉਲਟਾ ਮੀਡੀਆ ਨਾਲ ਗਿੱਦੜਵੇਹੇ ਵੀ ਤੇ ਦੋਦਾ ਪਿੰਡ ਦੇ ਵਿੱਚ ਦੁਰਵਿਹਾਰ ਕੀਤਾ ਗਿਆ। ਉਹਦੇ ਬਾਰੇ ਬਾਅਦ ਦੇ ਵਿੱਚ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਨੇ ਹਰਚਰਨ ਬੈਂਸ, ਉਹਨਾਂ ਨੇ ਮਾਫੀ ਵੀ ਮੰਗੀ, ਉਹਨਾਂ ਨੂੰ ਮਾਫੀ ਮੰਗਣੀ ਪਈ। ਜੀ ਢਿੱਲੋਂ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਵੱਖ-ਵੱਖ ਮੁੱਦਿਆਂ ਤੇ ਆਪਣਾ ਪ੍ਰਤੀਕਰਮ ਦਿੱਤਾ, ਚਰਚਾ ਦੇ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਧੰਨਵਾਦ ਹੈ ਸਾਡੇ ਦਰਸ਼ਕਾਂ ਦਾ ਜਿਹੜਾ ਸਾਡੇ ਇਸ ਪ੍ਰੋਗਰਾਮ ਨੂੰ ਇੰਨਾ ਪਿਆਰ ਦਿੰਦੇ ਨੇ। ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਅਸੀਂ ਰੋਜ਼ਾਨਾ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਹਾਜ਼ਰ ਹੁੰਦੇ ਹਾਂ। ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ, ਲਾਈਕ ਵੀ ਕਰਿਆ ਕਰੋ, ਤਾਂ ਜੋ ਹੋਰ ਦਰਸ਼ਕ ਵੀ ਸਾਡਾ ਇਹ ਪ੍ਰੋਗਰਾਮ ਦੇਖ ਸਕਣ, ਕਿਉਂਕਿ ਇਹਦੇ ਵਿੱਚ ਲੋਕ ਮੁੱਦਿਆਂ ਦੀ ਗੱਲ ਕੀਤੀ ਜਾਂਦੀ ਹੈ, ਸਮਾਜਿਕ ਤੇ ਧਾਰਮਿਕ ਤੇ ਰਾਜਨੀਤਿਕ ਮੁੱਦਿਆਂ ਦੀ ਗੱਲ ਕੀਤੀ ਜਾਂਦੀ ਹੈ। ਸੋ ਇਸੇ ਤਰ੍ਹਾਂ ਹੋਰ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।